ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं हरसिमरन सिंह लैके हाजिर हाँ दिल्ली सिख गुरुद्वारा प्रबंधक कमेटी दियाँ इस हफ्ते दियाँ कुछ खास सरगर्मियाँ गूंजा सिख विरसे दियाँ। दिल्ली गुरुद्वारा प्रबंधक कमेटी वालों गुरुद्वारा बंगला साहिब विखे MRI ਅਤੇ CT ਸਕੈਨ ਮਸ਼ੀਨ ਲਗਵਾਉਣ ਲਈ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ। ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਸੰਗਤਾਂ ਲੰਬੇ ਸਮੇਂ ਤੋਂ ਇਹਨਾਂ ਮਸ਼ੀਨਾਂ ਦੀ ਉਡੀਕ ਕਰ ਰਹੀਆਂ ਸਨ ਅਤੇ ਇਸ ਦੀ ਸੇਵਾ ਜਲਦ ਸ਼ੁਰੂ ਹੋ ਜਾਵੇਗੀ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਕਿ ਜਿਹੜਾ ਟੀਚਾ ਲੈ ਕੇ ਚੱਲੇ ਸੀ ਗੁਰੂ ਹਰਕ੍ਰਿਸ਼ਨ ਪੋਲੀਕਲੀਨਿਕ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਪੈਟ ਸਕੈਨਿੰਗ ਦੀ ਮਸ਼ੀਨ ਨੂੰ ਲਗਾਉਣ ਦਾ, ਉਹਦਾ ਇੱਕ ਬੜਾ ਵੱਡਾ ਪੜਾਅ ਅਸੀਂ ਅੱਜ ਪੂਰਾ ਕੀਤਾ। ਜਿਹੜੀਆਂ ਪਰਮਿਸ਼ਨਸ ਆਉਣ ਤੋਂ ਬਾਅਦ ਜਿਹੜਾ ਹੁਣ ਤੈਅ ਹੋ ਗਿਆ ਕਿ ਇਹ ਅਗਲੇ 2 ਮਹੀਨਿਆਂ ਦੇ ਵਿੱਚ ਇੱਥੇ ਉਹ ਮਸ਼ੀਨ ਲੱਗੀ ਜਾ ਰਹੀ ਹੈ ਜਿਹਨੂੰ ਅਸੀਂ ਪੈਟ ਸਕੈਨਿੰਗ ਦੀ ਮਸ਼ੀਨ ਕਹਿੰਦੇ ਹਾਂ, ਜਿਹੜੀ ਕੈਂਸਰ ਨੂੰ ਡਿਟੈਕਟ ਕਰਦੀ ਹੈ। ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਬਿਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ, ਕਿਉਂਕਿ ਇਹ 5G ਵਗੈਰਾ ਟੈਕਨੋਲੋਜੀਜ਼ ਦੇ ਆਉਣ ਦੇ ਨਾਲ, ਇਨਵਾਇਰਨਮੈਂਟ ਖਰਾਬ ਹੋਣ ਦੇ ਨਾਲ, ਪੋਲਿਊਸ਼ਨਸ ਵਧਣ ਦੇ ਨਾਲ ਔਰ ਕਈ ਇਹੋ ਜਿਹੀਆਂ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਜਿਹਦੇ ਕਰਕੇ ਅੱਜ ਇਹ ਕੈਂਸਰ ਦੀ ਬਿਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਔਰ ਇਹ ਆਮ ਆਦਮੀ ਨੂੰ ਜਦ ਤੱਕ ਪਤਾ ਚੱਲਦਾ ਹੈ ਤਦ ਤੱਕ ਉਹਦੇ ਹੱਥੋਂ ਸਮਾਂ ਨਿਕਲ ਚੁੱਕਾ ਹੁੰਦਾ ਹੈ। ਸੋ ਉਸ ਨੂੰ ਪੂਰਾ ਕਰਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਇਹ ਪੈਟ ਸਕੈਨਿੰਗ ਦੀ ਮਸ਼ੀਨ ਜਿਹੜੀ ਹੈ, ਜਿਹਨੂੰ ਅਸੀਂ ਬਾਇਓਗ੍ਰਾਫ ਹੌਰੀਜ਼ਨ ਕਹਿੰਦੇ ਆ, ਇਹਨੂੰ ਗੁਰਦੁਆਰਾ ਬੰਗਲਾ ਸਾਹਿਬ ਲਗਾਇਆ ਜਾਏ, ਉਸ ਸਥਾਨ ਦੇ ਉੱਤੇ ਜਿੱਥੇ ਆਲਰੇਡੀ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਬਿਮਾਰੀਆਂ ਨੂੰ ਡਿਟੈਕਟ ਕਰਨ ਵਾਸਤੇ। ਜਿੱਥੇ MRI ਦੀ ਜਿਹੜੀ ਸੇਵਾ ਹੈ, MRI ਕਰਨ ਦੀ ਲੋੜਵੰਦਾਂ ਲਈ 50 ਰੁਪਏ ਦੇ ਵਿੱਚ ਹੋ ਰਹੀ ਹੈ, ਔਰ ਉਹਦੇ ਨਾਲ CT ਸਕੈਨ, ਮੈਮੋਗ੍ਰਾਫੀ, ਲੇਟੈਸਟ ਜਿਹੜੀ ਡਿਜੀਟਲ ਲੈਬ ਆਈ ਹੈ ਉਹ ਇੱਥੇ ਚੱਲ ਰਹੀ ਹੈ। ਔਰ ਇਸ ਸਥਾਨ ਤੇ ਅੱਜ ਅਸੀਂ ਫੈਸਲਾ ਕਰਕੇ ਜਿਹਦੀਆਂ ਸਾਰੀਆਂ ਪਰਮਿਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਫਾਈਨਲਾਈਜ਼ ਹੋਈ ਹੈ। ਔਰ ਬੇਨਤੀ ਕੀਤੀ ਸੀ ਬਹੁਤ ਹੀ ਸਤਿਕਾਰਯੋਗ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੀ ਸੰਪਰਦਾ ਤੋਂ, ਉਹਨਾਂ ਦੇ ਵਰਸਾਏ ਹੋਏ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਇਹ ਸਮੁੱਚੀ ਟੀਮ ਨੂੰ ਬੇਨਤੀ ਕੀਤੀ ਹੈ ਕਿ ਬਾਬਾ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਇੱਥੇ ਦਾ ਕੰਪਲੀਸ਼ਨ ਵਰਕ ਹੈ, ਜਿਹਦੀਆਂ ਦੀਵਾਰਾਂ ਦੇ ਵਿੱਚ ਕੋਈ ਅੱਗੇ ਪਿੱਛੇ ਕਰਨੀ ਹੈ, ਜਿੱਥੇ ਸੁੰਦੀਕਰਨ ਹੋਣਾ ਹੈ, ਟਾਈਲਸ ਲੱਗਣੀ ਹੈ, ਫਾਲ ਸੀਲਿੰਗਸ ਹੋਣੀ ਹੈ, AC ਦਾ ਪ੍ਰਬੰਧ ਹੋਣਾ ਹੈ, ਇਹ ਸਾਰੇ ਕਾਰਜ ਪਹਿਲੀ ਵੀ ਇਹਨਾਂ ਦੇ ਮਾਧਿਅਮ ਤੋਂ ਹੋਏ ਨੇ। ਔਰ ਇਹਨੂੰ ਅੱਗੇ ਕਰਨ ਵਾਸਤੇ ਅੱਜ ਇੱਥੇ ਅਰਦਾਸ ਕਰਕੇ ਕੰਮ ਆਰੰਭਿਆ ਗਿਆ ਔਰ ਇਹ 2 ਮਹੀਨੇ ਦੇ ਵਿੱਚ ਅਸੀਂ ਜਿਹੜਾ ਕੰਮ ਕੰਪਲੀਟ ਕਰਨਾ ਹੈ। ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਸਾਰੇ ਕਾਰਜ ਜਿਹੜੇ ਵੀ ਪੂਰੇ ਹੁੰਦੇ ਆ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ। ਸੋ ਆਓ ਸਾਰੇ ਮਿਲ ਕੇ ਅਸੀਂ ਬਾਬਾ ਬਚਨ ਸਿੰਘ ਜੀ ਹੋਣਾ ਦੀਆਂ ਬਾਹਾਂ ਮਜ਼ਬੂਤ ਕਰਦੇ ਹੋਏ ਇਸ ਜਿਹੜੇ ਅਦਾਰੇ ਨੂੰ ਅਸੀਂ ਸ਼ੁਰੂ ਕੀਤਾ ਲੋਕਾਂ ਦੀਆਂ ਸੇਵਾਵਾਂ ਵਾਸਤੇ, ਉਹਨੂੰ ਅਸੀਂ ਕੰਪਲੀਟ ਕਰ ਸਕੀਏ। ਜਿਹੜੀ ਇਹ ਮਸ਼ੀਨ ਹੈ ਇਹਦੇ ਬਾਰੇ ਮੈਂ ਜ਼ਰੂਰ ਦੱਸਾਂਗਾ ਕਿ ਪ੍ਰੀਮੀਅਮ ਪੈਟ CT ਸਕੈਨਰ ਵਿਦ ਦੀ ਲੇਟੈਸਟ ਸਟੇਟ ਆਫ ਆਰਟ ਟੈਕਨੋਲੋਜੀ ਹੈ। LSO ਕ੍ਰਿਸਟਲ ਮੈਨੂਫੈਕਚਰ ਇਨ USA, ਇਹ USA ਤੋਂ ਮਸ਼ੀਨ ਆ ਰਹੀ ਹੈ। ਜਿਹੜੀ ਲੇਟੈਸਟ ਜਿਹੜੀ LSO ਕ੍ਰਿਸਟਲਸ ਹੈਗੇ ਆ ਉਹਦੇ ਨਾਲ, ਇਹ ਟੈਕਨੋਲੋਜੀ ਦੇ ਨਾਲ ਇਹ ਮਸ਼ੀਨ ਆ ਰਹੀ ਹੈ। ਔਰ ਜਿਹੜੀ ਹਵਾਈ ਜਹਾਜ਼ ਦੀ ਜਿਹੜੀ ਸਪੀਡ ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਇਹ ਟੈਕਨੋਲੋਜੀ ਜਿਹਦੇ ਨਾਲ ਇਹਦੇ ਜਿਹੜੀ ਰਿਪੋਰਟਸ ਦੇਗੀ ਔਰ ਇਹਦੀ ਜਿਹੜੇ ਵੇਵਸ ਨੇ ਜਿਹੜੀਆਂ ਇਹਦੀਆਂ ਡਿਟੈਕਟ ਕਰਨਗੀਆਂ, ਇਹ ਉਹਦੀ ਸਭ ਤੋਂ ਲੇਟੈਸਟ ਜਿਹੜੀ ਟੈਕਨੋਲੋਜੀ ਦੇ ਨਾਲ ਚੱਲ ਰਹੀ ਹੈ। ਸਮੋਲੈਸਟ ਕੈਂਸਰ ਏਰੀਆ ਦਾ ਵੀ ਜਿਹੜਾ ਡਿਟੈਕਟ ਕਰ ਸਕੇਗੀ। 16 ਸਲਾਈਸ CTC ਸਕੈਨਰ ਦੇ ਵਿੱਚ ਹੈਗੇ ਨੇ, ਪੂਰੀ ਬਾਡੀ ਨੂੰ ਇਹ ਪੈਟ ਸਕੈਨਿੰਗ ਕਰ ਸਕਦੀ ਹੈ ਔਰ ਜਿਹੜੇ ਐਕੂਰੇਟ ਰਿਜ਼ਲਟਸ ਵਿਦ ਦੀ ਹਾਇਰ ਸਪੀਡਸ ਲਿਖੇ ਨੇ ਔਰ ਪੇਸ਼ੈਂਟਸ ਦੇ ਕੰਫਰਟਸ ਵਾਸਤੇ ਇਹ ਸਾਰੀ ਮਸ਼ੀਨ ਜਿਹੜੀ ਹੈ ਲੇਟੈਸਟ ਉਹਦੇ ਨਾਲ ਇੱਥੇ ਲਿਆਈ ਜਾ ਰਹੀ ਹੈ। ਔਰ ਸਭ ਤੋਂ
ਖੁਸ਼ੀ ਦੀ ਗੱਲ ਕਿ ਜਦ ਅਸੀਂ ਡਿਮਾਂਡ ਕੀਤੀ ਸੀ ਸਾਨੂੰ ਸਾਡੀਆਂ ਸੇਵਾਵਾਂ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਡਾਇਲਿਸਿਸ ਦੀਆਂ ਜਿਸ ਤਰੀਕੇ ਦੇ ਨਾਲ ਸੇਵਾਵਾਂ ਕਰ ਰਿਹਾ ਹੈ, ਗੁਰਦੁਆਰਾ ਬਾਲਾ ਸਾਹਿਬ ਦੇ ਵਿੱਚ ਫ੍ਰੀ ਸੇਵਾਵਾਂ, ਸਰਕਾਰਾਂ ਨੂੰ ਵੀ ਇਸ ਗੱਲ ਦੇ ਉੱਤੇ ਪਤਾ ਹੈ, ਮੈਡੀਕਲ ਡਿਪਾਰਟਮੈਂਟਸ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇਹ ਕੌਮ ਦੀਆਂ ਸੇਵਾਵਾਂ, ਜਿਹੜੀ ਇਹ ਕੌਮ ਕਰ ਰਹੀ ਹੈ ਲੋਕਾਂ ਦੀਆਂ ਸੇਵਾਵਾਂ, ਉਹਦੇ ਵਿੱਚ ਇਹ ਬੜਾ ਇਜ਼ਾਫਾ ਕਰਦੇ ਹੋਏ ਜਿਹੜੀ ਅੱਜ ਤੱਕ ਕਿਸੇ ਨੂੰ ਇਹ ਪਰਮਿਸ਼ਨ ਨਹੀਂ ਮਿਲੀ ਇਕੱਠੀ, ਜਿਹੜੀ ਸਾਨੂੰ ਇੱਕ ਹਫ਼ਤੇ ਦੇ ਵਿੱਚ 120 ਪੇਸ਼ੈਂਟਸ ਨੂੰ ਦੇਖਣ ਦੀ ਪਰ ਵੀਕ ਜਿਹੜੀ ਇਹ ਪੈਟ ਦੀ ਫੈਸਿਲਿਟੀ ਹੈ ਸਰਕਾਰ ਵੱਲੋਂ ਮਿਲੀ ਹੈ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਇਹ ਨਿਰੰਤਰ ਸੇਵਾਵਾਂ ਜਿੱਥੇ ਸਾਡੇ ਚੇਅਰਮੈਨ ਇੱਥੇ ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ ਸਾਹਿਬ ਨੂੰ ਫੋਲੋ ਅਪ ਕਰਦੇ ਰਿਹਾ, ਸਾਡੀ ਸਮੁੱਚੀ ਟੀਮ ਆਪਣੇ ਉਹਦੇ ਵਿੱਚ ਲੱਗੀ ਹੋਈ ਹੈ ਕਿ ਅਸੀਂ ਸੰਗਤ ਦੀਆਂ ਸੇਵਾਵਾਂ ਕਰ ਸਕੀਏ। ਸਰਦਾਰ ਗੁਰਦੇਵ ਸਿੰਘ ਜੀ ਬੈਠੇ ਜਿਹੜੇ ਡਾਇਲਿਸਿਸ ਦੇ ਫ੍ਰੀ ਸੇਵਾ ਜਿੱਥੇ ਬਾਲਾ ਸਾਹਿਬ ਹੋ ਰਹੀ ਹੈ ਉਹਨੂੰ ਦੇਖਦੇ ਆ, ਸਰਦਾਰ ਸੁਰਜੀਤ ਸਿੰਘ ਜੀ ਜੀਤੀ ਜੀ ਜੋ ਇਸ ਗੁਰਦੁਆਰਾ ਸਾਹਿਬ ਦੀ, ਗੁਰਦੁਆਰਾ ਬੰਗਲਾ ਸਾਹਿਬ ਦੀ ਬਤੌਰ ਚੇਅਰਮੈਨ ਸਾਰੀ ਦੇਖ ਰੇਖ ਇਹਨਾਂ ਦੀ ਨਿਗਰਾਨੀ ਦੇ ਅੰਡਰ ਹੋ ਰਹੀ ਹੈ। ਸੋ ਸਾਰੀ ਸਮੁੱਚੀ ਟੀਮ ਅੱਜ ਇੱਥੇ ਪਹੁੰਚੀ ਹੈ ਔਰ ਮੈਂ ਸੰਗਤ ਨੂੰ ਵੀ ਵਧਾਈ ਦੇਵਾਂਗਾ ਕਿ ਕਾਰਜ ਜਿਹੜਾ ਸ਼ੁਰੂ ਹੋਇਆ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਵੀ ਲੋੜ ਹੈ ਔਰ ਸਾਰਿਆਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਿਸ ਦਿਨ ਆਪਾਂ ਸ਼ੁਰੂ ਕਰੀਏ, ਜਿਹੜੇ ਘਰਾਂ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਕਦੀ ਕਿਸੇ ਨੂੰ ਲੋੜ ਨਾ ਪਵੇ, ਮਗਰ ਅੱਜ ਕੱਲ੍ਹ ਜਿਹੜਾ ਮੈਡੀਕਲ ਫੈਸਿਲਿਟੀ ਸਾਨੂੰ ਇਕਵਿਪਡ ਹੋਣਾ ਬਹੁਤ ਜ਼ਰੂਰੀ ਹੈ ਔਰ ਜਿਸ ਤਰੀਕੇ ਦੇ ਨਾਲ ਬਿਮਾਰੀਆਂ ਵੱਧ ਰਹੀ ਹੈ, ਸੋ ਇਸ ਸਥਾਨ ਦੇ ਉੱਤੇ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਕੰਮ ਸ਼ੁਰੂ ਕਰ ਰਹੇ ਹਾਂ, ਜਿੱਥੇ ਲੋਕ ਆ ਕੇ ਆਪਣਾ ਇਲਾਜ ਵੀ ਕਰਾਉਂਦੇ ਆ ਔਰ ਗੁਰੂ ਚਰਨਾਂ 'ਚ ਅਰਦਾਸ ਕਰਦੇ ਆ ਕਿ ਰੋਗੀ ਕਾ ਪ੍ਰਭ ਖੰਡੋ ਰੋਗ। ਸੋ ਮੈਂ ਸਾਰਿਆਂ ਨੂੰ ਅੱਜ ਵਧਾਈ ਦਿੰਦਾ ਕਿ ਇਹ ਕਾਰਜ ਸ਼ੁਰੂ ਹੋਇਆ ਇੱਕ ਮੀਲ ਪੱਥਰ ਕਮਿਊਨਿਟੀ ਵੱਲੋਂ ਔਰ ਪੂਰੇ ਸਮਾਜ ਦੀ ਸੇਵਾ ਕਰਨ ਵਾਸਤੇ, ਜਿੱਥੇ ਕਿਤੇ ਜਾਤ ਪਾਤ ਦਾ ਵਿਤਕਰਾ ਨਾ ਹੋਏ, ਇਹ ਉਹੀ ਸਥਾਨ ਹੈ ਜਿੱਥੇ ਸਭ ਦੀ ਸੇਵਾ ਹੁੰਦੀ ਹੈ। ਸੋ ਮੈਂ ਸਮੁੱਚੀ ਟੀਮ ਦਾ ਇੱਕ ਵਾਰ ਫਿਰ ਤੋਂ ਬਾਬਾ ਬਚਨ ਸਿੰਘ ਜੀ ਹੋਣਾ ਦੀ ਸਮੁੱਚੀ ਟੀਮ ਦਾ, ਸਰਦਾਰ ਭੁਪਿੰਦਰ ਸਿੰਘ ਜੀ ਦਾ, ਸਰਦਾਰ ਸੁਰਜੀਤ ਸਿੰਘ ਜੀਤੀ ਜੀ ਦਾ, ਸਰਦਾਰ ਗੁਰਦੇਵ ਸਿੰਘ ਜੀ ਹੋਣਾ ਦਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਵੇਲਾ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਮਾਮਲੇ ਤੇ ਦਿੱਲੀ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ, ਜਿਸ ਤੋਂ ਬਾਅਦ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਿੱਲੀ ਹਾਈ ਕੋਰਟ ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਅਸਲ ਸੱਚ ਲੋਕਾਂ ਦੇ ਸਾਹਮਣੇ ਜਲਦੀ ਆਵੇਗਾ। ਜਿਹੜਾ ਅੱਜ ਕੇਸ ਚੱਲ ਰਿਹਾ ਹੈ ਸਕੂਲਾਂ ਦਾ ਔਰ ਹਾਈ ਕੋਰਟ ਦੇ ਵਿੱਚ ਜਿਹੜਾ ਡੇਟ ਸੀ, ਜਿਹੜਾ ਸ਼ਡਿਊਲ ਪਿਛਲੀ ਵਾਰ ਅਸੀਂ ਦਿੱਤਾ ਸੀ ਪਿਛਲੀ ਤਰੀਕ ਦੇ ਉੱਤੇ ਔਰ ਸਟਾਫ ਨੇ ਉਹਨਾਂ ਨੂੰ ਮਨਾ ਕਰਤਾ ਸੀ ਔਰ ਜਿਹਦੇ ਕਰਕੇ ਅਸੀਂ ਉਹਨੂੰ ਵਾਪਸ ਲੈ ਲਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾ ਰਹੇ ਸੀ ਉਹਨਾਂ ਦੇ ਡਿਊਜ਼ ਨੂੰ ਦੇਣ ਵਾਸਤੇ ਔਰ ਉਹਦਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਸਟਾਫ ਨੇ ਸਾਡੇ ਨਾਲ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਅੱਜ ਜੱਜ ਸਾਹਿਬ ਦੇ ਅੱਗੇ ਜਿਸ ਵਕਤ ਇਹ ਗੱਲ ਰੱਖੀ ਗਈ ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਪੁੱਛਿਆ ਕਿ ਵੀ ਤੁਸੀਂ ਇਹਦੇ ਵਿੱਚ ਇਹਨਾਂ ਦਾ ਬੰਦਾ ਜਿਹੜਾ ਏਰੀਅਰ ਸੀ ਜਿਹਦੀ ਤਕਰੀਬਨ ਫਿਗਰ 300 ਕਰੋੜ ਦੇ ਉੱਤੇ ਆ ਰਹੀ ਹੈ, ਉਹ ਕਿਉਂ ਨਹੀਂ ਦੇ ਪਾ ਰਹੇ ਹੈ। ਤੇ ਅਸੀਂ ਉਹਨਾਂ ਨੂੰ ਬਿਲਕੁਲ ਦੱਸੀ ਹੈ ਕਿ ਜਿਹੜੀ ਇਨਐਬਿਲਿਟੀ ਹੈ, ਕਿਉਂਕਿ ਗੁਰਦੁਆਰੇ ਦੇ ਫੰਡਸ ਨੇ ਔਰ ਇਹ ਸਪੋਰਟ ਕੀਤੀ ਜਾ ਰਹੀ ਹੈ ਪਿਛਲੇ 1 ਸਾਲ ਤੋਂ 56 ਕਰੋੜ 56 ਕਰੋੜ ਰੁਪਈਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲਾਂ ਨੂੰ ਇੱਕ ਸਹਾਇਤਾ ਦੇ ਰੂਪ ਦੇ ਵਿੱਚ ਦਿੱਤਾ ਹੈ। ਮਗਰ ਇਹ ਸਕੂਲ ਦੇ ਜਿਹੜਾ ਸਟਾਫ ਹੈ, ਜਿਹੜੇ ਪ੍ਰਵੋਕਡ ਨੇ, ਜਿਨ੍ਹਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਅੱਜ ਸਾਫ਼ ਨਜ਼ਰ ਆ ਗਿਆ, ਉਹੀ ਵਕੀਲ ਅੱਜ ਉਹਨਾਂ ਦੇ ਖੜੇ ਨੇ, ਜਿਹੜੇ ਲੋਕ ਜਿਹੜੇ ਪੁਰਾਣੇ ਮੈਂਬਰ ਰਹੇ ਨੇ, ਪੁਰਾਣੇ ਪ੍ਰਧਾਨ ਰਹੇ ਨੇ, ਉਹਨਾਂ ਦੇ ਵਕੀਲ ਜਿਹੜੇ ਸੀ ਅੱਜ ਖੁਦ ਓਪਨਲੀ ਸਾਹਮਣੇ ਆ ਗਏ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਪੋਜ਼ ਕੀਤਾ ਔਰ ਬੜੀ ਹੈਰਾਨੀ ਦੀ ਗੱਲ ਕਿ ਉੱਥੇ ਦੱਸਿਆ ਜਾ ਰਿਹਾ ਹੈ ਕਿ ਜੀ ਗੁਰੂ ਘਰ ਦਾ ਸੋਨਾ ਜਿਹੜਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੀ ਸੰਪਰਦਾ ਨੂੰ ਬਾਬਾ ਬਚਨ ਸਿੰਘ ਜੀ ਉਹਨਾਂ ਨੂੰ ਦਿੱਤਾ, ਇਹਦੇ ਨਾਲ ਦੇ ਕਾਗਜ਼ ਉੱਤੇ ਸ਼ੋਅ ਕੀਤੇ ਗਏ ਕਿ ਇਹ ਸੋਨਾ ਜਿਹੜਾ, ਕਿਉਂਕਿ ਜਿਹੜੀ ਸੰਗਤ ਜਿਹੜੀ ਸੋਨਾ ਦਾਨ ਕਰਦੀ ਹੈ, ਆਪਣੀ ਵਾਲੀਆਂ ਦਿੰਦੀ ਹੈ, ਆਪਣੇ ਹੱਥਾਂ ਦੀਆਂ ਚੂੜੀਆਂ ਦਿੰਦੀਆਂ, ਆਪਣੇ ਹੱਥਾਂ ਦੀਆਂ ਉਂਗਲੀਆਂ ਦੀਆਂ ਅੰਗੂਠੀਆਂ ਦਿੰਦੀਆਂ, ਉਹਨਾਂ ਦਾ ਮਕਸਦ ਹੁੰਦਾ ਕਿ ਗੁਰੂ ਘਰ ਦੇ ਵਿੱਚ ਹੋ ਰਹੀਆਂ ਜਿਹੜੀਆਂ ਕਾਰ ਸੇਵਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਲੱਗ ਰਹੇ ਸੁੰਦਰੀਕਰਨ ਜਿਹੜੇ ਗੁਰਦੁਆਰੇ ਦੇ ਹੋਣੇ ਉਹਨਾਂ ਵਿੱਚ ਇਸਤੇਮਾਲ ਕੀਤਾ ਜਾਏ। ਔਰ ਇਹ ਹਮੇਸ਼ਾ ਦੀ ਇੱਕ ਪਰੰਪਰਾ ਰਹੀ ਹੈ ਕਿ ਪਿਛਲੇ 50 ਸਾਲ ਤੋਂ ਇੱਕ ਸੋਨਾ ਕਦੀ ਵੇਚਿਆ ਨਹੀਂ ਗਿਆ, ਇਹਦੇ ਸੋਨੇ ਦੇ ਨਾਲ ਕਦੀ ਕੋਈ ਕਰਜ਼ੇ ਨਹੀਂ ਉਤਾਰੇ ਗਏ, ਨਾ ਕਿ ਗੁਰੂ ਘਰ ਦੀ ਜਾਇਦਾਦ ਦੇ ਉਹਨੂੰ ਕੋਈ ਵੇਚਿਆ ਜਾ ਸਕਦਾ। ਸੋ ਇਹੋ ਜਿਹੀਆਂ ਸੋਚ ਲੈ ਕੇ ਜਿਹੜੇ ਵਕੀਲਾਂ ਨੂੰ ਭੇਜਿਆ ਜਾ ਰਿਹਾ ਹੈ, ਉੱਥੋਂ ਮਾਨਸਿਕ ਸਥਿਤੀ ਪਤਾ ਚੱਲਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਕੂਲਾਂ ਦੇ ਅਦਾਰੇ ਖਤਮ ਕਰਨ ਦੇ ਉੱਤੇ
ਪਏ ਹੋਏ ਨੇ ਔਰ ਇਹ ਜਿਹੜੀਆਂ ਤਾਕਤਾਂ ਪਿੱਛੇ ਕੰਮ ਕਰ ਰਹੀਆਂ ਉਹਨਾਂ ਬਾਰੇ ਸਾਰਿਆਂ ਨੂੰ ਸਮਝ ਆ ਰਹੀ ਹੈ। ਸੋ ਮੈਂ ਸਮਝਦਾ ਕਿ ਅੱਜ ਜਿਹੜੇ ਜੱਜ ਸਾਹਿਬ ਨੇ ਬਹੁਤ ਵਧੀਆ ਇੱਕ ਫੈਸਲਾ ਦਿੱਤਾ ਕਿ ਜਿਹੜਾ ਸ਼ਡਿਊਲ ਹੈ, ਅਗਰ ਤੁਹਾਡੀ ਇਨਐਬਿਲਿਟੀ ਹੈ ਤੇ ਤੁਸੀਂ ਉਹ ਸ਼ਡਿਊਲ ਦੇ ਦਿਓ ਔਰ ਅਸੀਂ ਉਹਨਾਂ ਨੂੰ ਬਿਲਕੁਲ ਅਗਲੇ ਆਉਣ ਵਾਲੇ ਸਮੇਂ 'ਚ ਇਹੀ ਦੱਸਣਾ ਹੈ ਕਿ ਜਿਸ ਕਿਸਮ ਦੇ ਸਾਡੇ ਕੋਲੋਂ ਫੰਡਸ ਨੇ, ਜਿਹੜੀ ਗੁਰੂ ਦੀ ਦਸਵੰਧ ਸਾਨੂੰ ਲੋਕ ਦਿੰਦੇ ਨੇ, ਗੁਰੂ ਦੀ ਗੋਲਕ 'ਚ ਪੈਸਾ ਆਉਂਦਾ ਉਹਦੇ ਵਿੱਚ ਗੁਰਦੁਆਰਿਆਂ ਦੇ ਕੰਮ, ਗੁਰਦੁਆਰੇ DSGMC ਦੇ EMPLOYEES ਦਾ ਹੱਕ ਬਣਨ ਤੋਂ ਬਾਅਦ ਜੇ ਅਗਰ ਸਾਡੇ ਕੋਲ ਕੋਈ ਪੈਸਾ ਬਚੇਗਾ ਤੇ ਆਪਾਂ ਸਕੂਲਾਂ 'ਚ ਦਿਆਂਗੇ। ਜੇ ਸਕੂਲਾਂ ਦੇ ਵਿੱਚ ਇਹਦੇ ਇਲਾਵਾ ਕੋਈ ਪੈਸਾ ਹੋਰ ਕੋਈ ਸੋਰਸ ਨਹੀਂ ਹੈ, ਅਗਰ ਕੋਈ ਸੋਰਸ ਹੈ ਤੇ ਉਹ ਸਟਾਫ ਟੀਚਰਸ ਔਰ ਪ੍ਰਿੰਸੀਪਲ ਸਾਨੂੰ ਖੁਦ ਦੱਸ ਦੇਣ। ਸੋ ਇਹ ਜਿਹੜੇ ਸਟਾਫ ਜਿਹੜੇ ਇਨਕੈਪੇਬਲ ਰਹੇ ਨੇ ਆਪਣੇ ਸਮੇਂ ਦੇ ਵਿੱਚ, ਜਿਨ੍ਹਾਂ ਨੂੰ ਨੌਕਰੀਆਂ ਦੇ ਦਿੱਤੀਆਂ ਉਨ ਲੋਕਾਂ ਨੇ ਜਿਨ੍ਹਾਂ ਦੀਆਂ ਕੋਈ ਕੈਪੈਸਿਟੀ ਨਹੀਂ ਸੀ, ਅੱਜ ਉਹੀ ਲੋਕ ਆਪਣੇ ਅਦਾਰਿਆਂ ਨੂੰ ਬੰਦ ਕਰਾਉਣ ਦੇ ਉੱਤੇ ਆ ਰਹੇ ਨੇ। ਮੈਨੂੰ ਬੜੀ ਅਫਸੋਸ ਦੀ ਗੱਲ ਹੈ, ਮਗਰ ਜੱਜ ਸਾਹਿਬ ਨੇ ਜਿਸ ਸੂਝਵਾਨ ਤਰੀਕੇ ਦੇ ਨਾਲ ਇਹਦਾ ਸੰਗਿਆਨ ਲਿਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਡੇ ਵਕੀਲ ਸਾਹਿਬਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਇੱਕ ਪ੍ਰੈਜੈਂਟੇਸ਼ਨ ਹੁੰਦੀ ਹੈ ਦੱਸਣ ਦੀ ਕਿ ਜਿਹੜੀ ਇੰਟੈਂਸ਼ਨਸ ਨੇ ਉਹ ਕਮੇਟੀ ਦੀ ਕਿੰਨੀ ਕਲੀਅਰਸ ਨੇ ਔਰ ਜਿਹੜੀ ਇਨਐਬਿਲਿਟੀ ਹੈ ਉਹ ਫੰਡਸ ਦੀ ਹੈ। ਸੋ ਇਹਦੇ ਬਾਰੇ ਜਿਹੜਾ ਸ਼ਡਿਊਲ ਅਸੀਂ ਬਣਾ ਕੇ ਦੇਣਾ, 2 ਮਹੀਨਿਆਂ ਦਾ ਟਾਈਮ ਹੋਇਆ, 8 ਹਫ਼ਤੇ ਦਾ ਟਾਈਮ ਦਿੱਤਾ ਗਿਆ, ਉਹਦੇ ਵਿੱਚ ਸ਼ਡਿਊਲ ਬਣਾ ਕੇ ਦਿੱਤਾ ਜਾਏਗਾ। ਔਰ ਹੈਰਾਨੀ ਦੀ ਗੱਲ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਉਸ ਸ਼ਡਿਊਲ ਦੇ ਵਿੱਚ ਗੁਰੂ ਘਰ ਦੀਆਂ ਜਾਇਦਾਦਾਂ ਦੀ ਵੀ ਕੀਮਤ ਪਾਈ ਜਾਏ। ਸੋ ਮੈਂ ਸਮਝਦਾ ਕਿ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੀਆਂ, ਗੁਰਦੁਆਰਾ ਸੀਸਗੰਜ ਸਾਹਿਬ ਦੀਆਂ ਜਿਹੜੀਆਂ ਕੀਮਤਾਂ ਪਾਉਣ ਵਾਸਤੇ ਅੱਜ ਟੀਚਰਾਂ ਚੱਲ ਪਈਆਂ ਨੇ, ਇਹ ਕਿਸੇ ਪਾਸੇ ਵੀ ਇਸ ਕੌਮ ਨੂੰ ਲਿਜਾ ਸਕਦੀ ਹੈ। ਸੋ ਬੜੀ ਅਫਸੋਸ ਹੋ ਰਿਹਾ ਕਿ ਇਹਨਾਂ ਟੀਚਰਾਂ ਪਿੱਛੇ ਅਸੀਂ ਕਈ ਸਾਲ ਲੜਾਈ ਲੜਦੇ ਰਹੇ, ਮਗਰ ਅੱਜ ਇਸ ਤਰੀਕੇ ਦੇ ਨਾਲ ਉਹਨਾਂ ਦਾ ਰਵੱਈਆ ਸੀ ਕਿਉਂਕਿ ਚੰਦ ਟੀਚਰ ਨੇ 8-10 ਜਿਹੜੇ ਕੋਰਟ ਦੇ ਵਿੱਚ ਆ ਕੇ ਕੋਰਟ ਨੂੰ ਗੁੰਮਰਾਹ ਕਰਦੇ ਨੇ ਔਰ ਬਾਕੀ ਸਟਾਫ ਨੂੰ ਵੀ ਖਰਾਬ ਕਰ ਰਹੇ। ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਉਸ ਸਟਾਫ ਨੂੰ ਵੀ ਕਹਾਂਗਾ ਕਿ ਇਹ ਗੁਰੂ ਘਰਾਂ ਦੀਆਂ ਜਾਇਦਾਦਾਂ ਤੁਸੀਂ ਵਿਕਵਾਨ ਦੇ ਉੱਤੇ ਉਤਾਰੂ ਤੇ ਗੁਰੂ ਮਹਾਰਾਜ ਤੁਹਾਨੂੰ ਆਪ ਸਮਝਦੇ। ਅਗਲੀ ਸੁਣਵਾਈ ਕਦੋਂ? 2 ਹਫ਼ਤੇ ਬਾਅਦ ਦਾ ਟਾਈਮ ਦਿੱਤਾ, 2 ਮਹੀਨੇ ਬਾਅਦ ਦਾ 8 ਹਫ਼ਤੇ ਦਾ ਟਾਈਮ ਦਿੱਤਾ। ਡੇਟ ਹੁਣੇ ਉਹਨਾਂ ਨੇ ਕਿਉਂਕਿ ਆਰਡਰ ਲਿਖਵਾ ਰਹੇ ਸੀ, ਉਸ ਤੋਂ ਬਾਅਦ ਡੇਟ ਦਿੱਤੀ ਜਾਏ। ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਹੋਏ 1984 ਸਿੱਖ ਕਤਲੇਆਮ ਦੇ ਮਸਲੇ ਤੇ ਦਿੱਲੀ ਦੀ ਰੋਜ਼ ਐਵਨਿਊ ਕੋਰਟ ਨੇ ਸੱਜਣ ਕੁਮਾਰ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਕੋਰਟ ਵੱਲੋਂ ਸੱਜਣ ਕੁਮਾਰ ਖਿਲਾਫ 302 ਧਾਰਾ ਹਟਾਉਣ ਦੇ ਮਸਲੇ ਤੇ ਦਿੱਲੀ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਹਾਈ ਕੋਰਟ ਵੱਲ ਰੁਖ ਕਰਨ ਦੀ ਗੱਲ ਕਹੀ ਗਈ। 1984 ਦੇ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਜਨਕਪੁਰੀ ਥਾਣੇ ਅਤੇ ਵਿਕਾਸਪੁਰੀ ਥਾਣੇ ਦੀਆਂ 2 FIR ਹੋਈਆਂ ਸੀ, ਜਿਹਦੇ ਵਿੱਚ ਸੱਜਣ ਕੁਮਾਰ ਦੇ ਉੱਤੇ ਦੋਸ਼ ਸੀ ਕਿ ਉਹ ਉਸ ਮੌਬ ਨੂੰ ਲੀਡ ਕਰ ਰਿਹਾ ਸੀ। ਲਗਾਤਾਰ 1984 ਤੋਂ ਲੈ ਕੇ ਹੁਣ ਤੱਕ ਇਹ ਕੇਸ ਲਟਕਦਾ ਪਿਆ ਸੀ। SIT ਵੱਲੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ SIT ਦੇ ਨਾਲ ਮਿਲ ਕੇ ਇਸ ਕੇਸ ਦੀ ਪੈਰਵਾਈ ਕੀਤੀ ਗਈ ਔਰ ਅੱਜ ਮਾਨਯੋਗ ਅਦਾਲਤ ਰੋਜ਼ ਐਵਨਿਊ ਜੱਜ ਸਾਹਿਬ ਨਾਗਪਾਲ ਸਾਹਿਬ ਦੇ ਉਹਨਾਂ ਨੇ ਅੱਜ ਚਾਰਜ ਫਰੇਮ ਕੀਤੇ ਆ, ਜਿਹਦੇ ਵਿੱਚ 307, 295, 147, 148, 109 ਬਹੁਤ ਸਾਰੀਆਂ ਧਾਰਾਵਾਂ ਦੇ ਤਹਿਤ ਚਾਰਜ ਫਰੇਮ ਹੋਏ ਸੱਜਣ ਕੁਮਾਰ ਦੇ ਖਿਲਾਫ। ਅਬੈਟਮੈਂਟ ਜਿਹੜੀ ਆ ਉਹ ਅਪਰੂਵ ਹੋਈ ਆ ਕਿ ਸੱਜਣ ਕੁਮਾਰ ਉਸ ਕੇਸ ਦੇ ਵਿੱਚ ਮੌਬ ਨੂੰ ਲੀਡ ਕਰ ਰਿਹਾ ਸੀ, ਜਿਹਦੇ ਕਰਕੇ ਸਿੱਖਾਂ ਦਾ ਕਤਲੇਆਮ ਹੋਇਆ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇੰਨੇ ਸਾਲਾਂ ਬਾਅਦ ਜਦ ਇਹ ਅੱਜ ਚਾਰਜ ਫਰੇਮ ਹੋਏ ਆ ਤੇ ਜੋ SIT ਨੇ ਰਿਕਮੈਂਡ ਕੀਤਾ ਸੀ ਉਹਦੇ ਵਿੱਚ ਧਾਰਾ 302 ਜਿਹੜੀ ਆ ਉਹ ਕੱਟ ਦਿੱਤੀ ਗਈ ਆ, ਜਿਹਦੇ ਵਿੱਚ ਕਤਲ ਦਾ ਜਿਹੜਾ ਦੋਸ਼ ਹੈ। ਲੇਕਿਨ ਅਸੀਂ ਹੁਣ ਇਸ ਆਰਡਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਾਵਾਂਗੇ, ਜਿੱਥੇ ਹਾਈ ਕੋਰਟ 'ਚ ਅਪੀਲ ਕਰਾਂਗੇ ਕਿ ਬਾਕੀ ਧਾਰਾਵਾਂ ਦੇ ਨਾਲ, ਜਿੱਥੇ ਬਾਕੀ ਧਾਰਾਵਾਂ ਮਾਨਯੋਗ ਅਦਾਲਤ ਨੇ ਲਗਾਈਆਂ ਉਹਨਾਂ ਦੇ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉੱਥੇ ਨਾਲ ਹੀ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਕਿ ਧਾਰਾ 302 ਜਿਹੜੀ ਆ ਉਹ ਨਾਲ ਐਡ ਕੀਤੀ ਜਾਵੇ ਔਰ ਇਸ ਤੋਂ ਬਾਅਦ ਟਰਾਇਲ ਹੋਏਗੀ। ਸੱਜਣ ਕੁਮਾਰ ਜਿੰਨਾ ਉਹ ਦੋਸ਼ੀ ਸੀ, ਜੋ ਉਸਨੇ ਜ਼ੁਲਮ ਢਾਏ ਸਨ, ਉਸ ਦੀ ਸਜ਼ਾ ਇੱਕ ਇੱਕ ਕਰਕੇ ਉਸ ਕੋਲ ਬਦਲਾ ਲਿਆ ਜਾਏਗਾ। ਪਹਿਲੇ ਕੇਸ ਦੇ ਵਿੱਚ ਅੰਦਰ ਹੈ, ਦੂਜੇ ਕੇਸ ਚਾਰਜ ਫਰੇਮ ਹੋਇਆ ਔਰ ਥੋੜੇ ਦਿਨ ਬਾਅਦ ਹੀ ਜਲਦੀ ਤੀਸਰੇ ਕੇਸ ਦੇ ਵਿੱਚ ਵੀ ਉਸ ਨੂੰ ਸਜ਼ਾ ਹੋਏਗੀ। ਇਹ ਜੋ ਉਸਨੇ ਪਾਪ ਕੀਤੇ ਉਸਦੇ ਪਾਪ ਦੀ ਸਜ਼ਾ ਉਸ ਨੂੰ ਮਿਲ ਰਹੀ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ 1984 ਦੇ ਸਾਰੇ ਜਿਹੜੇ ਵਿਕਟਮ ਆ ਉਹਨਾਂ ਨੂੰ ਇਨਸਾਫ ਮਿਲੇ। ਵੇਲਾ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦਿੱਲੀ ਕਮੇਟੀ ਅਤੇ ਭਾਰਤ ਸਰਕਾਰ ਵੱਲੋਂ ਚੰਦਰਯਾਨ 3 ਦੀ ਸਫਲਤਾ ਵਾਸਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਕੀਤੀ। ਸਫਲਤਾ ਲੈਂਡਿੰਗ ਹੋਣ ਤੋਂ ਬਾਅਦ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਜੋ ਚੰਦਰਯਾਨ 3 ਚੰਦਰਮਾ ਦੇ ਸਾਊਥ ਪੋਲ ਦੇ ਉੱਤੇ ਸਫਲਤਾਪੂਰਵਕ ਲੈਂਡਿੰਗ ਹੋਈ ਹੈ। ਇਹ ਬਹੁਤ ਵੱਡੀ ਉਪਲਬਧੀ ਹੈ। ਦੇਸ਼ ਦਾ ਨਾਮ ਅੱਜ ਪੂਰੇ ਸੰਸਾਰ ਭਰ ਦੇ ਵਿੱਚ ਰੌਸ਼ਨ ਹੋਇਆ। ਸਾਡੇ ਦੇਸ਼ ਦੀ ਤਾਕਤ ਦਾ ਪਤਾ ਚੱਲਿਆ ਔਰ ਮੈਂ ਜਿੱਥੇ ਵਧਾਈ ਦੇਣਾ ਦੇਸ਼ ਵਾਸੀਆਂ ਨੂੰ, ਉੱਥੇ ਨਾਲ ਹੀ ਮੈਂ ਵਧਾਈ ਦੇਣਾ ਇਸਰੋ ਦੇ ਵਿਗਿਆਨਕਾਂ ਨੂੰ ਜਿਨ੍ਹਾਂ ਨੇ ਇਹ ਕਾਰਨਾਮਾ ਕਰਕੇ ਦਿਖਾਇਆ। ਵਧਾਈ ਦੇ ਪਾਤਰ ਹੈ। ਔਰ ਨਾਲ ਹੀ ਮੈਂ ਵਧਾਈ ਦੇਣਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਨ੍ਹਾਂ ਦੀ ਸੋਚ, ਚੰਗੀ ਸੋਚ ਦੇ ਕਰਕੇ ਇਹ ਸਾਰਾ ਸੰਭਵ ਹੋਇਆ। ਸੋ ਇਹ ਬਹੁਤ ਵੱਡੀ ਦੇਸ਼ ਵਾਸਤੇ ਅਚੀਵਮੈਂਟ ਹੋਈ ਹੈ। ਸਾਨੂੰ ਇਸ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਵਿਗਿਆਨੀਆਂ ਨੇ ਇਹ ਸਫਲਤਾਪੂਰਵਕ ਚੰਦਰਯਾਨ 3 ਦੀ ਲੈਂਡਿੰਗ ਕਰਾਈ ਹੈ ਸਾਊਥ ਪੋਲ ਦੇ। ਇਹ ਇਤਿਹਾਸ ਰਚਿਆ ਗਿਆ ਹੈ, ਪਹਿਲੀ ਵਾਰੀ ਹੋਇਆ ਹੈ। ਸੋ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਖੁਸ਼ੀ ਦੀ ਵਧਾਈ ਦਿੰਦਾ। ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਦੀ 38ਵੀਂ ਬਰਸੀ ਮੌਕੇ ਵਿਸ਼ਾਲ ਸ਼ਹੀਦੀ ਸਮਾਗਮ ਪਿੰਡ ਲੌਂਗੋਵਾਲ ਵਿਖੇ ਕਰਵਾਇਆ ਗਿਆ, ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਉਹਨਾਂ ਵੱਲੋਂ ਪੰਥ ਕੌਮ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ। ਜਬਰ ਸਦਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ 'ਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਮਹਾਨ ਸ਼ਹੀਦ ਸੰਤ ਹਰਚਰਨ ਸਿੰਘ ਜੀ ਲੌਂਗੋਵਾਲ, ਉਹਨਾਂ ਦੀ 38ਵੀਂ ਬਰਸੀ ਦੇ ਮੌਕੇ ਇੱਥੇ ਪਹੁੰਚੇ ਸਮੁੱਚੀ ਲੀਡਰਸ਼ਿਪ। ਅੱਜ ਅਸੀਂ ਸਾਰੇ ਉਸ ਮਹਾਨ ਸੰਤ ਦੀ ਬਰਸੀ ਦੇ ਮੌਕੇ ਤੇ ਇਕੱਠੇ ਹੋਏ ਹਾਂ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੌਮ ਦੇ ਲਈ ਇੱਕ ਬਹੁਤ ਵੱਡਾ ਮੈਸੇਜ ਛੱਡ ਕੇ ਗਏ। ਸੰਨ 1984 ਜਿਸ ਵਕਤ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਸਾਡੇ ਅਕਾਲ ਤਖਤ ਨੂੰ ਢਹਿ ਢੇਰੀ ਕਰਤਾ ਗਿਆ, ਜਿਹੜੀ ਸਾਡੀ ਆਸਥਾ ਦਾ ਪੁੰਜ ਸੀ, ਸਾਡੀ ਪ੍ਰੇਰਨਾ ਦਾ ਸੋਤਰ ਸੀ, ਉਹਨਾਂ ਦੇ ਉੱਤੇ ਹਮਲੇ ਕੀਤੇ ਗਏ। ਔਰ ਉਸ ਤੋਂ ਬਾਅਦ ਉਸ ਵਕਤ ਦੀ ਲੀਡਰਸ਼ਿਪ ਦੀ ਅਗਵਾਈ ਕਰ ਰਹੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਉਸ ਸਿਧਾਂਤ ਤੇ ਪਹਿਰਾ ਦਿੱਤਾ, ਜਿਹੜਾ ਸਿਧਾਂਤ ਸਾਨੂੰ ਸੰਵਾਦ ਦਾ ਕਹਿੰਦਾ ਹੈ, ਸਾਨੂੰ ਡਾਇਲੋਗ ਦਾ ਕਹਿੰਦਾ ਹੈ ਕਿ ਅਸੀਂ ਜਦ ਤੱਕ ਇੱਕ ਦੂਜੇ ਦੇ ਨਾਲ ਸੰਵਾਦ ਨਹੀਂ ਕਰਾਂਗੇ, ਅਸੀਂ ਕੋਈ ਮਸਲੇ ਹੱਲ ਨਹੀਂ ਕਰ ਸਕਦੇ। ਸਰਦਾਰ ਹਰਚੰਦ ਸਿੰਘ ਜੀ ਨੇ ਉਸ ਸਿਧਾਂਤ ਤੇ ਪਹਿਰਾ ਦਿੰਦੇ ਹੋਏ, ਜਿਹੜਾ ਸਿੱਖਾਂ ਦੇ ਬਹੁਤ ਵੱਡੀ ਕਾਤਲ ਜਮਾਤ ਜਿਹਨੂੰ ਅਸੀਂ ਕਹਿੰਦੇ ਆ, ਕਾਂਗਰਸ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠ ਕੇ ਜਿਹੜਾ ਫੈਸਲਾ ਕੀਤਾ, ਸੋਚ ਉਹਨਾਂ ਦੀ ਭਾਵੇਂ ਪੰਜਾਬ ਦੇ ਭਲੇ ਵਸੇ ਸੀ, ਮਗਰ ਕੌਮ ਨੇ ਉਸ ਵਕਤ ਇਹਨੂੰ ਮਨਜ਼ੂਰ ਨਹੀਂ ਕੀਤਾ। ਇੱਕ ਬਹੁਤ ਵੱਡਾ ਦੁਖਾਂਤ ਰਿਹਾ ਔਰ ਇੰਨਾ ਵੱਡਾ ਸੰਤਾਪ ਜਿਹੜਾ ਪੰਜਾਬ ਨੇ ਇੰਨੇ ਸਾਲਾਂ 'ਚ ਭੁਗਤਿਆ, ਮੈਂ ਸਮਝਦਾ ਇਹ ਕਿਧਰੇ ਨਾ ਕਿਧਰੇ ਨਿਗਾਰ ਸਾਡੀ ਸੋਚ ਦੇ ਉੱਤੇ ਆਉਂਦਾ ਰਿਹਾ। ਔਰ ਲਗਾਤਾਰ ਪੰਜਾਬ ਨੇ ਇਹ ਜਿਹੜੀ ਤਰਾਸਦੀ ਭੁਗਤੀ ਹੈ ਔਰ ਉਸ ਤੋਂ ਬਾਅਦ ਲਗਾਤਾਰ ਉਹੀ ਸਿਧਾਂਤ ਸਾਡੀ ਕੌਮ ਤੋਂ, ਸਾਡੇ ਪੰਥ ਤੋਂ ਪਿੱਛੇ ਹੁੰਦੇ ਚਲੇ ਗਏ। ਸਰਦਾਰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਉਹਨਾਂ ਦਾ ਜਿਹੜੀ ਸੋਚ ਸੀ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਅਸੀਂ ਪਿੱਛੇ ਹਟ ਗਏ। ਅਸੀਂ ਡਾਇਲੋਗ ਕਰਨ ਤੋਂ ਹਟ ਗਏ। ਅਸੀਂ ਨਾ ਆਪਣੇ ਪੰਥ ਦੀ ਨੂੰ ਬਚਾ ਸਕੇ, ਨਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਬਚਾ ਸਕੇ। ਪੰਥ ਦੀਆਂ ਸਰਕਾਰਾਂ ਰਹੀਆਂ ਔਰ ਇੰਨਾ ਘਾਟ ਹੋਇਆ ਉਸ ਸਮੇਂ ਦੇ ਵਿੱਚ ਸਾਡੀ ਕੌਮ ਦਾ, ਜਿਹਦਾ ਬਿਆਨ ਮੈਂ ਸਮਝਦਾ ਕਿ ਅੱਜ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਰਨਾ ਮੈਂ ਮੁਮਕਿਨ ਨਹੀਂ ਸਮਝਦਾ, ਕਿਉਂਕਿ ਕਦੀ ਕੋਈ ਦੂਜੇ ਜਲਸੇ ਲੱਗਣਗੇ ਜਿਸ ਵਕਤ ਚੋਣਾਂ ਦਾ। ਤੇ ਇਹ ਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ। ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਹੋਰ ਨਵੀਂ ਖਬਰਾਂ ਦੇ ਨਾਲ। ਦਵੋ ਇਜਾਜ਼ਤ। ਸਤਿ ਸ਼੍ਰੀ ਅਕਾਲ।